Good morning, students. Now we will discuss the topic number 4th of 5th chapter. ਜਿਵੇਂ ਤੁਹਾਨੂੰ ਪਤਾ ਹੀ ਆ ਕਿ ਆਪਾਂ ਕੀ ਕਰ ਰਹੇ ਆ, ਮੰਗ ਦੇ ਲੋਚ ਨੂੰ ਮਾਪਣ ਦੀਆਂ ਵਿਧੀਆਂ। ਆਪਾਂ ਫਸਟ ਜਿਹੜਾ ਮੈਥਡ ਉਹ ਕੰਪਲੀਟ ਕਰ ਚੁੱਕੇ ਆ। ਅੱਜ ਆਪਾਂ ਸੈਕਿੰਡ ਮੈਥਡ ਸਟਾਰਟ ਕਰਨਾ, ਉਹ ਹੈਗਾ ਟੋਟਲ ਐਕਸਪੈਂਡੀਚਰ ਮੈਥਡ, ਜਿਹਨੂੰ ਕੁੱਲ ਖਰਚ ਵਿਧੀ ਕਿਹਾ ਜਾਂਦਾ। ਦੇਖੋ, ਪ੍ਰੋਫੈਸਰ ਮਾਰਸ਼ਲ, ਜਿਹੜੇ ਪ੍ਰੋਫੈਸਰ ਮਾਰਸ਼ਲ ਸੀਗੇ, ਉਹਨਾਂ ਨੇ ਇਹ ਮੈਥਡ ਨੂੰ ਸੁਜੈਸਟ ਕੀਤਾ। ਠੀਕ ਹੈ, ਇਹ ਵੀ ਮੈਥਡ ਕਿਹਨਾਂ ਦੁਆਰਾ ਦਿੱਤਾ ਗਿਆ? ਪ੍ਰੋਫੈਸਰ ਮਾਰਸ਼ਲ। ਪ੍ਰੋਫੈਸਰ ਮਾਰਸ਼ਲ ਸੀਗੇ, ਬਹੁਤ ਹੀ ਪ੍ਰਸਿੱਧ ਇਕਨੋਮਿਕਸ ਸੀਗੇ, ਆਪਣੀ ਇਕਨੋਮਿਕਸ ਦੇ। ਠੀਕ ਹੈ, ਇਹਨਾਂ ਨੇ ਬਹੁਤ ਸਾਰੀਆਂ ਥਿਊਰੀਜ਼ ਦਿੱਤੀਆਂ। ਦੇਖੋ, ਟੋਟਲ expenditure or total outlay method to measure elasticity of demand। total expenditure method ਨੂੰ total outlay method ਵੀ ਕਿਹਾ ਜਾਂਦਾ। ਇਹਦੇ ਵਿੱਚ ਕੀ ਆ? ਦੇਖੋ, in this method, ਇਸ ਮੈਥਡ ਦੇ ਵਿੱਚ elasticity of demand is measured with the help of effect on total expenditure due to the change in price of the commodity। ਕਹਿੰਦੇ ਜੀ ਇਸ ਮੈਥਡ ਦੁਆਰਾ ਆਪਾਂ elasticity of demand ਨੂੰ ਪਤਾ ਕਰਨਾ, ਉਹਦਾ ਮਾਪ ਕਰਨਾ, ਉਹਨੂੰ ਮੈਜ਼ਰ ਕਰਨਾ, ਤਾਂ ਕਿਹਦੇ ਨਾਲ ਮੈਜ਼ਰ ਕਰਾਂਗੇ? ਟੋਟਲ ਐਕਸਪੈਂਡੀਚਰ ਦੇ ਨਾਲ। ਕਹਿੰਦੇ ਜਦੋਂ ਕਿਸੇ ਵੀ ਵਸਤੂ ਦੇ ਪ੍ਰਾਈਸ ਦੇ ਵਿੱਚ ਚੇਂਜ ਆਉਂਦਾ ਤਾਂ ਉਹਦੇ ਟੋਟਲ ਐਕਸਪੈਂਡੀਚਰ ਦੇ ਵਿੱਚ ਕੀ ਚੇਂਜ ਆਉਂਦਾ, ਉਹਦੇ ਰਾਹੀਂ ਆਪਾਂ ਇਲਾਸਟੀਸਿਟੀ ਆਫ ਡਿਮਾਂਡ ਨੂੰ ਮਾਪ ਸਕਦੇ ਹਾਂ। ਦੇਖੋ, ਇਸ ਵਿਧੀ ਅਨੁਸਾਰ ਕੀਮਤ ਦੀ ਤਬਦੀਲੀ ਨਾਲ ਕੁੱਲ ਖਰਚ 'ਤੇ ਜੋ ਪ੍ਰਭਾਵ ਪੈਂਦਾ ਹੈ ਉਸ ਨੂੰ ਮਾਪਿਆ ਜਾਂਦਾ ਹੈ। ਠੀਕ ਹੈ, ਹੁਣ ਦੇਖੋ, ਪਹਿਲਾਂ ਕਿਸੇ ਵੀ ਕੀਮਤ ਵਿੱਚ ਪਰਿਵਰਤਨ ਆਊਗਾ। ਠੀਕ ਹੈ, ਕਿਸੇ ਵੀ ਵਸਤੂ ਦੀ ਕੀਮਤ ਵਿੱਚ ਪਰਿਵਰਤਨ ਆਊਗਾ, ਉਹਦੇ ਨਾਲ ਕੁੱਲ ਖਰਚ ਦੇ ਵਿੱਚ ਜੋ ਪਰਿਵਰਤਨ ਆਊਗਾ, ਜਿਹੜਾ ਖਰਚ ਆਪਣੇ ਦੁਆਰਾ ਕੀਤਾ ਜਾਂਦਾ। ਠੀਕ ਹੈ, ਜਦੋਂ ਆਪਾਂ ਕਿਸੇ ਵੀ ਵਸਤੂ ਦਾ ਮੰਗ ਕਰਦੇ ਹਾਂ, ਠੀਕ ਹੈ, ਆਪਾਂ ਮੰਗ ਨੂੰ ਪੂਰਾ ਕਰਨ ਦੇ ਲਈ ਉਹਦੇ 'ਤੇ ਪੈਸੇ ਖਰਚ ਕਰਦੇ ਹਾਂ। ਠੀਕ ਹੈ, ਜਿਸ ਹਿਸਾਬ ਨਾਲ ਕੁਆਂਟਿਟੀ ਹੁੰਦੀ ਹੈ ਉਸ ਹਿਸਾਬ ਨਾਲ ਆਪਾਂ ਪੈਸੇ ਦਿੰਦੇ ਹਾਂ। ਠੀਕ ਹੈ, ਜਿਵੇਂ ਦੇਖੋ, ਪੈਨ 10 ਰੁਪਏ ਦਾ, ਜੇ ਆਪਾਂ 2 ਪੈਨ ਲਵਾਂਗੇ ਤਾਂ 20 ਰੁਪਏ ਲਵਾਂਗੇ, ਆਪਣਾ ਕੁੱਲ ਖਰਚ ਕਿੰਨਾ ਹੋ ਗਿਆ? 20 ਰੁਪਏ ਹੋ ਗਿਆ। ਠੀਕ ਹੈ, ਇਸ ਨੂੰ ਕੁੱਲ ਖਰਚ ਕਿਹਾ ਜਾਂਦਾ। ਹੁਣ ਦੇਖੋ, ਅੱਗੇ ਦੱਸਿਆ ਹੋਇਆ ਕਿ ਟੋਟਲ ਐਕਸਪੈਂਡੀਚਰ ਨੂੰ ਕਿਵੇਂ ਕੱਢਿਆ ਜਾਂਦਾ? ਪ੍ਰਾਈਜ਼ ਮਾਈ ਇਨਟੂ ਕੁਆਂਟਿਟੀ ਡਿਮਾਂਡਡ। ਕਹਿੰਦੇ ਕੁੱਲ ਖਰਚ ਨੂੰ ਪ੍ਰਾਈਜ਼ ਗੁਣਾ ਕਿਊ, ਮਤਲਬ ਕੀਮਤ ਅਤੇ ਵਸਤੂ ਦੀ ਮੰਗੀ ਗਈ ਮਾਤਰਾ ਨਾਲ ਗੁਣਾ ਕਰਕੇ ਐਕਸਪੈਂਡੀਚਰ ਨੂੰ ਆਪਾਂ ਕੱਢ ਸਕਦੇ ਹਾਂ। ਠੀਕ ਹੈ, ਆਪਾਂ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਕਿ ਪ੍ਰਾਈਜ਼ ਮਤਲਬ ਕਿਸੇ ਵੀ ਪੈਨ ਦਾ ਪ੍ਰਾਈਜ਼ 10 ਰੁਪਏ ਹੈ। ਜੇ ਆਪਾਂ 2 ਪੈਨ ਲੈ ਰਹੇ ਹਾਂ ਤਾਂ 20 ਰੁਪਏ ਦੇਣੇ ਪੈਣਗੇ ਆਪਾਂ ਨੂੰ। ਠੀਕ ਹੈ, ਆਪਣਾ ਕੁੱਲ ਖਰਚ ਕੀ ਹੋਊਗਾ? ਟੋਟਲ ਐਕਸਪੈਂਡੀਚਰ ਕੀ ਹੋਊਗਾ? 20 ਰੁਪੀਜ਼। ਠੀਕ ਹੈ, ਇਸ ਤਰ੍ਹਾਂ ਆਪਾਂ ਟੋਟਲ ਜਿਹੜਾ ਐਕਸਪੈਂਡੀਚਰ ਆ ਉਹਨੂੰ ਪਤਾ ਕਰ ਸਕਦੇ ਹਾਂ। ਇਸ ਤੋਂ ਬਾਅਦ ਇਸ ਮੈਥਡ ਦੇ ਵਿੱਚ 3 ਸਿਚੁਏਸ਼ਨਸ ਦਿੱਤੀਆਂ ਗਈਆਂ। ਠੀਕ ਹੈ, ਵੀ ਆਪਾਂ ਜਿਹੜੀ ਇਲਾਸਟੀਸਿਟੀ ਡਿਮਾਂਡ ਆ ਉਹਨੂੰ ਕਿਵੇਂ ਪਤਾ ਕਰ ਸਕਦੇ ਆ? ਕਹਿੰਦੇ ਇਹਦੀਆਂ 3 ਸਿਚੁਏਸ਼ਨਸ ਆ, 3 ਸਥਿਤੀਆਂ। ਕਹਿੰਦੇ ਜੇਕਰ ਪ੍ਰਾਈਸ ਘਟ ਗਿਆ ਤਾਂ ਮੰਗ ਵੱਧ ਜੂਗੀ। ਇਹ ਲਾਅ ਆਫ ਡਿਮਾਂਡ ਉੱਦਾਂ ਹੀ ਲੱਗੂਗਾ। ਠੀਕ ਹੈ, ਆਪਾਂ ਨੂੰ ਪਤਾ ਜਦੋਂ ਕਿਸੇ ਵਸਤੂ ਦਾ ਪ੍ਰਾਈਸ ਘਟ ਜਾਂਦਾ ਤਾਂ ਡਿਮਾਂਡ ਵੱਧ ਜਾਂਦੀ ਆ। ਤਾਂ ਉਹਦੇ ਨਾਲ ਜੇਕਰ ਕਹਿੰਦੇ ਜਿਹੜਾ ਟੋਟਲ ਐਕਸਪੈਂਡੀਚਰ ਵੱਧ ਗਿਆ, ਜਾਂ ਫਿਰ ਕਹਿੰਦੇ ਜਿਹੜਾ ਪ੍ਰਾਈਸ ਆ ਉਹਦੇ ਵਧਣ ਦੇ ਨਾਲ ਡਿਮਾਂਡ ਘਟ ਗਈ ਤੇ ਉਹਦੇ ਨਾਲ ਕੀ ਆ? ਪ੍ਰਾਈਸ ਘਟ ਗਿਆ। ਠੀਕ ਹੈ, ਹੁਣ ਦੇਖੋ, ਡਿਮਾਂਡ ਤੇ ਜਿਹੜਾ ਡਿਮਾਂਡ ਹੈ ਤੇ ਪ੍ਰਾਈਸ ਆ, ਉਹਦੇ ਵਿੱਚ ਆਪਾਂ ਨੂੰ ਪਤਾ ਨੈਗੇਟਿਵ ਰਿਲੇਸ਼ਨਸ਼ਿਪ ਆ। ਠੀਕ ਹੈ, ਹੁਣ ਜਦੋਂ ਕੀ ਆ? ਪ੍ਰਾਈਸ ਘਟ ਗਿਆ, ਡਿਮਾਂਡ ਵੱਧ ਗਈ, ਜੇ ਜਿਹੜਾ ਟੋਟਲ ਐਕਸਪੈਂਡੀਚਰ ਉਹ ਵੀ ਵੱਧ ਜੂਗਾ। ਤੇ ਜੇ ਜਿਹੜਾ ਪ੍ਰਾਈਸ ਆ ਉਹ ਵੱਧ ਗਿਆ, ਡਿਮਾਂਡ ਘਟ ਗਈ, ਤੇ ਇਹ ਡਿਮਾਂਡ ਘਟਣ ਦੇ ਨਾਲ ਕੀ ਆ? ਟੋਟਲ ਐਕਸਪੈਂਡੀਚਰ ਘਟ ਗਿਆ। ਤਾਂ ਆਪਾਂ ਕਵਾਂਗੇ ਕਿ ਜਿਹੜਾ ਇਲਾਸਟੀਸਿਟੀ ਆਫ ਡਿਮਾਂਡ ਆ ਗ੍ਰੇਟਰ ਦੈਨ 1 ਆ, ਮਤਲਬ ਮੋਰ ਇਲਾਸਟਿਕ ਆ। ਠੀਕ ਹੈ, ਇਹ ਕਿਹਦੇ ਵਿੱਚ ਜਾਰੀ ਹੁੰਦਾ? ਇਹ ਜਿਹੜੀਆਂ ਲਗਜ਼ਰੀ ਗੁੱਡਸ ਹੁੰਦੀਆਂ ਉਹਦੇ ਵਿੱਚ। ਆਪਾਂ ਨੂੰ ਪਤਾ ਜਦੋਂ ਲਗਜ਼ਰੀ ਗੁੱਡਸ ਦੀਆਂ ਜਿਹੜਾ ਥੋੜ੍ਹਾ ਜਿਹਾ ਵੀ ਪ੍ਰਾਈਸ ਵਿੱਚ ਚੇਂਜ ਆ ਜਾਂਦਾ, ਥੋੜ੍ਹਾ ਜਿਹਾ ਪ੍ਰਾਈਸ ਘਟ ਜਾਂਦਾ, ਤਾਂ ਉਹਦੀ ਡਿਮਾਂਡ ਕੀ ਆ? ਵੱਧ ਜਾਂਦੀ ਆ। ਦੇਖੋ, ਹੁਣ ਇਹਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਕਹਿੰਦੇ ਜਦੋਂ ਪ੍ਰਾਈਸ 7 ਰੁਪਏ ਸੀ, ਠੀਕ ਹੈ, 7 ਤੋਂ 6 ਹੋ ਗਿਆ, ਆਪਾਂ ਨੂੰ ਪਤਾ ਕੀ ਆ? ਕੁਆਂਟਿਟੀ ਵਧੂਗੀ। ਠੀਕ ਹੈ, ਪਹਿਲਾਂ ਕੁਆਂਟਿਟੀ 2 ਸੀ, ਪ੍ਰਾਈਸ ਦੇ ਘਟਣ ਦੇ ਨਾਲ ਉਹ 3 ਹੋਊਗੀ। ਹੁਣ ਆਪਾਂ ਨੂੰ ਪਤਾ, ਆਪਾਂ ਪਹਿਲਾਂ ਸਿੱਖ ਕੇ ਆਏ ਹਾਂ ਕਿ ਟੋਟਲ ਐਕਸਪੈਂਡੀਚਰ ਕਿਵੇਂ ਕੱਢਣਾ? ਪ੍ਰਾਈਸ ਇਨਟੂ ਕੁਆਂਟਿਟੀ। ਠੀਕ ਹੈ, ਜਦੋਂ ਆਪਾਂ ਇਹਨੂੰ ਤੇ ਇਹਨੂੰ ਮਲਟੀਪਲਾਈ ਕਰਾਂਗੇ ਆਪਣੇ ਕੋਲ 14 ਆ ਜੂ। ਜਦੋਂ 6 ਤੇ 3 ਨੂੰ ਮਲਟੀਪਲਾਈ ਕਰਾਂਗੇ ਆਪਾਂ ਆਪਣੇ ਕੋਲ 18 ਐਕਸਪੈਂਡੀਚਰ ਆ ਜੂ। ਸੋ ਕਹਿੰਦੇ ਇਹਦੇ ਵਿੱਚ ਕੀ ਦੇਖ ਰਹੇ ਹਾਂ ਆਪਾਂ? ਜਦੋਂ ਪ੍ਰਾਈਸ ਘਟਦਾ, ਕੁਆਂਟਿਟੀ ਵੱਧ ਜਾਂਦੀ ਹੈ ਤੇ ਉਹਦੇ ਨਾਲ ਐਕਸਪੈਂਡੀਚਰ ਵੀ ਵਧਿਆ। ਠੀਕ ਹੈ, ਪਹਿਲਾਂ 14 ਸੀ, 18 ਹੋ ਗਿਆ, ਵਧਿਆ ਨਾ। ਸੋ ਆਪਾਂ ਕੀ ਕਹਿਣਾ? ਵੀ ਜਿਹੜੀ ਇਲਾਸਟੀਸਿਟੀ ਆਫ ਡਿਮਾਂਡ ਆ ਉਹ ਕੀ ਆ? ਜਿਹੜੀ ਆਪਣੀ ਮੋਰ ਇਲਾਸਟਿਕ ਆ, ਮਤਲਬ ਇਕਾਈ ਤੋਂ ਜ਼ਿਆਦਾ। ਇਹ ਕਾਹਦੇ ਨਾਲ ਹੋਇਆ? ਕਹਿੰਦੇ ਜਦੋਂ ਪ੍ਰਾਈਸ ਘਟ ਗਿਆ ਤਾਂ ਐਕਸਪੈਂਡੀਚਰ ਵੱਧ ਗਿਆ
ਤਾਂ ਉਦੋਂ ਆਪਾਂ ਕੀ ਕਹਿਣਾ, ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਆ ਮੋਰ ਇਲਾਸਟਿਕ ਆ। ਓਕੇ, ਫਸਟ ਸਿਚੁਏਸ਼ਨ ਇਹ ਸੀ। ਅੱਗੇ ਆ ਸੈਕਿੰਡ ਸਿਚੁਏਸ਼ਨ ਕੀ ਕਹਿੰਦੀ ਆ, ਇਫ ਵਿਦ ਦਾ ਰਾਈਜ਼ ਔਰ ਫਾਲ ਇਨ ਪ੍ਰਾਈਜ਼, ਕਹਿੰਦੇ ਜੇਕਰ ਪ੍ਰਾਈਜ਼ ਵੱਧ ਰਿਹਾ ਜਾਂ ਘਟ ਰਿਹਾ ਪਰ ਜਿਹੜਾ ਟੋਟਲ ਐਕਸਪੈਂਡੀਚਰ ਆ ਰਿਮੀਨਸ ਸੇਮ, ਪਰ ਜਿਹੜਾ ਟੋਟਲ ਐਕਸਪੈਂਡੀਚਰ ਆ ਉਹਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਮਤਲਬ ਜਿਹੜਾ ਇਲਾਸਟਿਸਿਟੀ ਆਫ ਡਿਮਾਂਡ ਇਜ਼ ਇਕੁਅਲ ਟੂ 1 ਆ ਰਹੀ ਆ, ਤਾਂ ਆਪਾਂ ਕੀ ਕਵਾਂਗੇ, ਇਹ ਯੂਨੀਟਰੀ ਇਲਾਸਟਿਕ ਆ। ਦੇਖੋ ਕਹਿੰਦੇ ਪ੍ਰਾਈਜ਼ ਪਹਿਲਾਂ 5 ਤੋਂ 4 ਹੋ ਗਿਆ, ਡਿਮਾਂਡ 4 ਤੋਂ 5 ਹੋ ਗਈ। ਜਦੋਂ ਆਪਾਂ ਇਹਨਾਂ ਨੂੰ ਮਲਟੀਪਲਾਈ ਕਰਾਂਗੇ, ਠੀਕ ਹੈ, ਆਪਣੇ ਕੋਲ ਕੀ ਆ ਜੂ, ਟੋਟਲ ਐਕਸਪੈਂਡੀਚਰ। ਸੋ ਦੇਖੋ ਹੁਣ ਜਦੋਂ ਇਹ 2020 ਆ ਗਿਆ, ਕਹਿੰਦੇ ਦੇਖੋ ਜਦੋਂ ਪ੍ਰਾਈਜ਼ ਵਿੱਚ ਵੱਧ ਗਿਆ, ਠੀਕ ਹੈ, ਪ੍ਰਾਈਜ਼ ਵੱਧ ਗਿਆ ਜਾਂ ਪ੍ਰਾਈਜ਼ ਘਟ ਗਿਆ, ਉਹਦੇ ਨਾਲ ਟੋਟਲ ਐਕਸਪੈਂਡੀਚਰ, ਇਹਦੇ ਵਿੱਚ ਧਿਆਨ ਰੱਖਣਾ ਕਿ ਆਪਾਂ ਪ੍ਰਾਈਜ਼ ਤੇ ਕੀ ਆ ਐਕਸਪੈਂਡੀਚਰ ਦੇਖਣਾ। ਠੀਕ ਹੈ, ਦੇਖੋ ਉਹਦੇ ਵਿੱਚ ਪਹਿਲਾਂ ਵੀ 20 ਸੀ, ਫਿਰ ਵੀ 20, ਮਤਲਬ ਇਹ ਸੇਮ ਹੋ ਰਿਹਾ, ਰਿਮੇਨ ਸੇਮ, ਮਤਲਬ ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ। ਫਿਰ ਆਪਾਂ ਕੀ ਕਹਿਣਾ ਵੀ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਇਕੁਅਲ ਟੂ 1 ਆ, ਯੂਨੀਟਰੀ ਆ। ਠੀਕ ਹੈ, ਇਹ ਕੰਫਰਟ ਲਾਈਫ ਤੇ ਕੀ ਆ ਨਿਰਭਰ ਕਰਦਾ, ਜਦੋਂ ਕੋਈ ਵੀ ਵਿਅਕਤੀ ਕੰਫਰਟ ਆਫ ਲਾਈਫ ਜੀ ਰਿਹਾ ਹੁੰਦਾ, ਠੀਕ ਹੈ, ਕੰਫਰਟ ਦੀਆਂ ਚੀਜ਼ਾਂ ਉਹ ਵਰਤਦਾ, ਮਤਲਬ ਉਹ ਕੋਈ ਵੀ ਚੀਜ਼ ਨਹੀਂ ਚਾਹੁੰਦਾ, ਤਾਂ ਉਦੋਂ ਕੀ ਆ ਇਲਾਸਟਿਸਿਟੀ ਆਫ ਡਿਮਾਂਡ ਇਜ਼ ਇਕੁਅਲ ਟੂ 1 ਹੁੰਦੀ ਹੈ। ਹੁਣ ਆਪਾਂ ਨੂੰ ਪਤਾ ਆਪਾਂ ਇਲਾਸਟਿਸਿਟੀ ਆਪਾਂ ਕੀ ਕਰ ਲਿਆ, ਗ੍ਰੇਟਰ ਦੈਨ ਵੀ ਕਰ ਲਈ ਜਦੋਂ ਮੋਰ ਇਲਾਸਟਿਕ ਹੁੰਦਾ ਸੀ। ਠੀਕ ਹੈ, ਇਲਾਸਟਿਸਿਟੀ ਇਕੁਅਲ ਟੂ 1 ਵੀ ਕਰ ਲਈ ਜਦੋਂ ਕੀ ਆ ਯੂਨੀਟਰੀ ਹੁੰਦਾ ਸੀ। ਹੁਣ ਕੀ ਰਹਿ ਗਿਆ, ਇਲਾਸਟਿਸਿਟੀ ਲੈਸ ਦੈਨ 1 ਕਦੋਂ ਹੁੰਦੀ ਆ, ਲੈਸ ਇਲਾਸਟਿਕ ਕਦੋਂ ਹੁੰਦੀ ਹੈ। ਦੇਖੋ ਇਹਦੀ ਥਰਡ ਸਿਚੁਏਸ਼ਨ ਬਣ ਰਹੀ ਆ, ਇਫ ਦਾ ਪ੍ਰਾਈਜ਼ ਫਾਲ ਡਿਮਾਂਡ ਇਨਕਰੀਜ਼, ਆਪਾਂ ਨੂੰ ਪਤਾ ਜਦੋਂ ਪ੍ਰਾਈਜ਼ ਘਟ ਜਾਂਦਾ ਡਿਮਾਂਡ ਵੱਧ ਜਾਂਦੀ ਆ। ਜੇ ਡਿਮਾਂਡ ਦੇ ਵਧਣ ਦੇ ਨਾਲ ਕਹਿੰਦੇ ਟੋਟਲ ਐਕਸਪੈਂਡੀਚਰ ਘਟ ਰਿਹਾ, ਜਾਂ ਫਿਰ ਜੇ ਕੀ ਹੈ ਇਸ ਤੋਂ ਉਲਟ ਪ੍ਰਾਈਜ਼ ਵੱਧ ਗਿਆ ਡਿਮਾਂਡ ਘਟ ਗਈ, ਤੇ ਡਿਮਾਂਡ ਦੇ ਘਟਣ ਦੇ ਨਾਲ ਜਿਹੜਾ ਆਪਣਾ ਟੋਟਲ ਐਕਸਪੈਂਡੀਚਰ ਆ ਉਹ ਵੱਧ ਰਿਹਾ, ਤਾਂ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਕੀ ਕਵਾਂਗੇ, ਇਸ ਸਥਿਤੀ ਵਿੱਚ ਕਵਾਂਗੇ ਕਿ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਲੈਸ ਇਲਾਸਟਿਕ ਆ ਇਨ ਨੈਸੈਸਰੀਜ਼ ਆਫ ਲਾਈਫ, ਜਿਹੜੀਆਂ ਆਪਾਂ ਨੂੰ ਚੀਜ਼ਾਂ ਜ਼ਰੂਰੀ ਚਾਹੀਦੀਆਂ ਹੁੰਦੀਆਂ। ਠੀਕ ਹੈ, ਉਹ ਕੀ ਆ, ਕਹਿੰਦੇ ਦੇਖੋ ਪਹਿਲਾ ਪ੍ਰਾਈਜ਼ ਕਿੰਨਾ ਸੀ, 3 ਤੋਂ 2 ਹੋ ਗਿਆ, ਕੁਆਂਟੀਟੀ ਆਪਾਂ ਨੂੰ ਪਤਾ ਪ੍ਰਾਈਜ਼ ਦੇ ਘਟਣ ਦੇ ਨਾਲ ਵੱਧ ਜੂਗੀ, 6 ਤੋਂ 7 ਹੋ ਜੂਗੀ। ਠੀਕ ਹੈ, ਇਸ ਤਰ੍ਹਾਂ ਜਦੋਂ ਆਪਾਂ ਮਲਟੀਪਲਾਈ ਕਰਕੇ ਇਹਦਾ ਟੋਟਲ ਐਕਸਪੈਂਡੀਚਰ ਕੱਢਾਂਗੇ 18 ਤੋਂ 14, ਹੁਣ ਇਹ ਕੀ ਆ ਐਕਸਪੈਂਡੀਚਰ ਆ ਕੀ ਆ 18 ਤੋਂ 14 ਹੋ ਗਿਆ, ਮਤਲਬ ਇਹ ਕੀ ਆ ਘਟ ਰਿਹਾ। ਇਸ ਸਿਚੁਏਸ਼ਨ ਦੇ ਵਿੱਚ ਆਪਾਂ ਕਵਾਂਗੇ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਲੈਸ ਦੈਨ 1 ਆ। ਠੀਕ ਹੈ, ਲੈਸ ਇਲਾਸਟਿਕ ਆ। ਇਹਦੀ ਡਿਸਕ੍ਰਿਪਸ਼ਨ 'ਚ ਕੀ ਲਿਖਾਂਗੇ ਆਪਾਂ, ਇਹਦਾ ਕੀ ਲਿਖਾਂਗੇ, ਕਹਿੰਦੇ ਜਦੋਂ ਪ੍ਰਾਈਸ ਘਟ ਗਿਆ ਤੇ ਉਹਦੇ ਨਾਲ ਜਦੋਂ ਕੀ ਆ ਟੋਟਲ ਐਕਸਪੈਂਡੀਚਰ ਵੀ ਘਟਦਾ, ਤਾਂ ਉਹਨੂੰ ਕੀ ਕਵਾਂਗੇ ਆਪਾਂ, ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਲੈਸ ਇਲਾਸਟਿਕ ਆ, ਇਕਾਈ ਤੋਂ ਘੱਟ ਲੋਚਦਾਰ ਹੈਗੀ ਹੈ। ਠੀਕ ਹੈ, ਇਸੇ ਤਰ੍ਹਾਂ ਆਪਣੀਆਂ ਜਿਹੜੀਆਂ 3 ਸਿਚੁਏਸ਼ਨਸ ਕੰਪਲੀਟ ਹੋ ਜਾਂਦੀਆਂ। ਹੁਣ ਆਪਾਂ ਇਹਦੀ ਡਾਇਗਰਾਮ ਕਰਾਂਗੇ। ਦੇਖੋ ਆਪਾਂ 3 ਸਿਚੁਏਸ਼ਨਸ ਕਰ ਲਈਆਂ। ਜੇ ਪ੍ਰਾਈਸ ਦੇ ਘਟਣ ਦੇ ਨਾਲ ਐਕਸਪੈਂਡੀਚਰ ਵੱਧਦਾ, ਠੀਕ ਹੈ, ਐਕਸਪੈਂਡੀਚਰ ਵੱਧ ਰਿਹਾ, ਤਾਂ ਆਪਾਂ ਕੀ ਕਵਾਂਗੇ, ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਕੀ ਆ ਮੋਰ ਇਲਾਸਟਿਕ ਆ। ਜੇ ਕਹਿੰਦੇ ਪ੍ਰਾਈਸ ਦੇ ਘਟਣ ਦੇ ਨਾਲ ਹਮੇਸ਼ਾ ਪ੍ਰਾਈਸ ਕੀ ਆ ਘਟ ਰਿਹਾ, ਇਲਾਸਟਿਸਿਟੀ ਕੀ ਆ ਜਿਹੜੀ ਟੋਟਲ ਐਕਸਪੈਂਡੀਚਰ ਆ ਉਹ ਰਿਮੇਨਸ ਸੇਮ, ਕੋਈ ਬਦਲਾਵ ਨਹੀਂ ਆਉਂਦਾ, ਤਾਂ ਆਪਾਂ ਕੀ ਕਵਾਂਗੇ ਉਹ ਯੂਨੀਟਰੀ ਆ। ਠੀਕ ਹੈ, ਇਕੁਅਲ ਟੂ 1 ਆ। ਜੇ ਕਹਿੰਦੇ ਪ੍ਰਾਈਸ ਦੇ ਘਟਣ ਦੇ ਨਾਲ ਟੋਟਲ ਐਕਸਪੈਂਡੀਚਰ ਵੀ ਘਟ ਰਿਹਾ, ਠੀਕ ਹੈ, ਤਾਂ ਆਪਾਂ ਕੀ ਕਵਾਂਗੇ ਕਿ ਇਲਾਸਟਿਸਿਟੀ ਆਫ ਡਿਮਾਂਡ ਆ ਲੈਸ ਇਲਾਸਟਿਕ ਆ। ਕਲੀਅਰ, ਇਹਦੀ ਡਾਇਗਰਾਮ ਦੇਖੋ ਆਪਾਂ ਕਿਵੇਂ ਬਣਾਵਾਂਗੇ। ਜਿਹੜੀ ਉਹ ਐਕਸ ਐਕਸਿਸ ਆ ਉਹਦੇ ਤੇ ਆਪਾਂ ਟੋਟਲ ਐਕਸਪੈਂਡੀਚਰ ਲਵਾਂਗੇ, ਉਹ ਵਾਈ ਤੇ ਆਪਾਂ ਕੀ ਆ ਪ੍ਰਾਈਜ਼ ਲਵਾਂਗੇ। ਆਪਾਂ ਨੂੰ ਪਤਾ ਕਿ ਕਹਿੰਦੇ ਜਦੋਂ ਪ੍ਰਾਈਜ਼ P1 ਸੀ, ਮੰਨ ਲਓ ਪ੍ਰਾਈਜ਼ ਇੱਥੇ ਸੀ P1, ਠੀਕ ਹੈ, ਤਾਂ ਜਿਹੜਾ ਟੋਟਲ ਐਕਸਪੈਂਡੀਚਰ ਆ ਉਹ ਕਿੰਨਾ ਸੀ T, ਇੱਥੇ ਤੱਕ ਮੰਨ ਲਓ ਕੋਈ ਵੀ T ਸੀ ਟੋਟਲ ਐਕਸਪੈਂਡੀਚਰ। ਹੁਣ ਕਹਿੰਦੇ ਜਿਹੜਾ ਉਹ ਪ੍ਰਾਈਜ਼ ਘਟ ਗਿਆ, ਆਪਾਂ ਘਟਾ ਰਹੇ ਸੀ ਨਾ ਪ੍ਰਾਈਜ਼, P2 ਹੋ ਗਿਆ, ਠੀਕ ਹੈ, ਪ੍ਰਾਈਜ਼ ਘਟ ਗਿਆ, ਤਾਂ ਆਪਾਂ ਨੂੰ ਪਤਾ ਵੀ ਐਕਸਪੈਂਡੀਚਰ ਪਹਿਲਾਂ ਕੀ ਆ ਜ਼ਿਆਦਾ ਵਧੂਗਾ। ਠੀਕ ਹੈ, ਪ੍ਰਾਈਜ਼ ਘਟ ਗਿਆ ਤਾਂ ਐਕਸਪੈਂਡੀਚਰ ਆ ਜਿਹੜਾ ਕੀ ਆ ਇਨਕਰੀਜ਼ ਹੋ ਜਾਊਗਾ। ਠੀਕ ਹੈ, ਕਲੀਅਰ। ਹੁਣ ਆਪਣੇ ਕੋਲ A ਐਂਡ B ਪੁਆਇੰਟਸ ਆ ਗਏ, ਆਪਾਂ ਇਹਨਾਂ ਨੂੰ ਇੱਦਾਂ ਮਿਲਾ ਦੇਣਾ। ਓਕੇ, ਹੁਣ ਅਗਲਾ ਕੀ ਸੀਗਾ, ਆਪਾਂ ਕਰਨਾ ਵੀ ਇਲਾਸਟਿਸਿਟੀ ਯੂਨੀਟਰੀ ਸੀ, ਅੱਗੇ ਆਪਾਂ ਪੜ੍ਹਿਆ। ਕਹਿੰਦੇ ਪ੍ਰਾਈਜ਼ ਕੀ ਆ P2 ਤੋਂ ਹੋ ਕੇ
P3 हो गया। दैन आपां की करांगे, उदों की आ जिहड़ा एक्सपेंडिचर आ रिमेनिंग सेम, ये की एक्सपेंडिचर सेम रहिंदा, इहदे विच कोई भी चेंज नहीं आउंदा। ठीक है, ये किन्ना रहूगा T1 ही रहूगा। ठीक है, हुण अपने कोल की पॉइंट आ गया, C पॉइंट आ गया। इस तो अगे आपां पढ़िया भी प्राइस फिर घट गया थर्ड सिचुएशन दे विच। ठीक है, P4 हो गया, ਉਹਦੇ ਨਾਲ ਕੀ ਹੋਊਗਾ, ਜਿਹੜਾ ਆਪਣਾ ਐਕਸਪੈਂਡੀਚਰ ਆ ਉਹ ਕੀ ਆ ਘਟ ਗਿਆ। ਠੀਕ ਹੈ, ਪਹਿਲਾਂ ਕੀ ਸੀਗਾ, ਆਪਾਂ ਕਿੱਥੇ ਫਿਨਿਸ਼ ਕੀਤਾ, C ਤੇ ਫਿਨਿਸ਼ ਕੀਤਾ। ਹੁਣ C ਤੋਂ ਹੀ ਸਟਾਰਟ ਕਰਾਂਗੇ, ਪਹਿਲਾਂ A ਤੋਂ B ਆਏ, B ਤੋਂ C ਆਏ, ਹੁਣ C ਤੋਂ D ਜਾਣਾ। ਠੀਕ ਹੈ, ਪ੍ਰਾਈਸ ਘਟ ਗਿਆ ਤੇ ਲਾਸਟ ਵਿੱਚ ਕੀ ਸੀਗਾ, ਜਦੋਂ ਪ੍ਰਾਈਸ ਘਟਿਆ ਤਾਂ ਆਪਾਂ ਮੰਨਿਆ ਵੀ ਜਿਹੜਾ ਟੋਟਲ ਐਕਸਪੈਂਡੀਚਰ ਆ ਉਹ ਵੀ ਘਟ ਗਿਆ ਸੀ। ਠੀਕ ਹੈ, ਤਾਂ ਕੀ ਇਲਾਸਟਿਸਿਟੀ ਔਰ ਡਿਮਾਂਡ ਆਪਾਂ ਮੰਨਿਆ ਸੀ ਵੀ ਲੈਸ ਦੈਨ 1 ਆ। ठीक है, हुण आपां की आ जिहड़ा टोटल एक्सपेंडिचर घटाउणा, सो घट के कित्थे आ जाऊगा, मान लो इत्थे आ गया। ठीक है, तां ये कुछ इदां दी बन जूगी लाइन। ठीक है, हुण आपां इन्हां दोनां नूं मिला दांगे। देखो अपने कोल पॉइंट डी भी आ चुकी है। ठीक है, हुण देखो आपां नूं पता, आपां पहला डायग्राम्स बनाईआं जिहड़ियां इलास्टिसिटी ऑफ डिमांड जदों की आ मोर दैन 1 सी तां उदों इदां दी डायग्राम बनदी सी। ठीक है, जदों इलास्टिसिटी डिमांड इक्वल टू 1 आ उदों एक खड़ी रेखा बनती है। ठीक है, उदा अपने कोल बन गई। हुण जदों की आ इलास्टिसिटी ऑफ डिमांड की आ लैस दैन 1 आ ते उदों इदां दी डायग्राम बन रही सी। ठीक है, ये आपां पहलां पढ़ चुके हैं, इन्हां दी शेप किदां दी है ते अपने कोल भी डायग्राम उदां दी शेप ही तैयार हो रही है। सो आपां कह सकते हैं भी ये की आ अपनी एक्सपेंडिचर मैथड है जिहदे राहीं आपां इलास्टिसिटी ऑफ डिमांड नूं पता कर सकते हैं। सो थैंक यू स्टूडेंट्स।